सदा खुआरी ताको धोखा कहाँ व्यापै जाको ओट तुहारी। माया दे विच गलतान हो के पदार्थां दे मोह च फस के असी उस प्रभु नूं विसार दिंदे हां। प्रभु दा नाम विसर जाता है जिहदे करके सानू खुआरियां खड़ी हो जाती हैं। आखो सतनाम श्री वाहिगुरू। जे असी प्रभु के सिमरन नूं जपिया करिए तो कई प्रकार के विघन दुख ये दूर होने शुरू हो जाते हैं। फिर समा उसी पासे लगता है जिथे गुरु चाहे। आखो सतनाम श्री वाहिगुरू। इस करके सिमरन आओ पहला सिमरन ही करिए जिहदे नाल सानू सुख प्राप्त होंदे हन। उस तो बाद अमृत कथा आरंभ करती जाएगी। वाहेगुरु 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 विसर नाई दातार विसर नाई दातार विसर नहीं दातार विसर नहीं दातार। अपना नाम दे हो अपना नाम दे हो अपना नाम दे हो अपना नाम दे हो। गुण गावा दिन रात गुण गावा दिन रात गुण गावा दिन रात गुण गावा दिन रात। नानक चाहो ए हो नानक चाहो ए हो चाहो ए हो नानक चाहो ए हो। गुण गावा दिन रात गुण गावा दिन रात गुण गावा दिन रात गुण गावा दिन रात। वाहेगुरु 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 वाहेगुरु। वाहेगुरु जी का खालसा वाहेगुरु जी की फतेह। कोटि
ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਟੋਡੀ ਰਾਗ ਦੇ ਅੰਦਰ ਜੋ ਪਾਵਨ ਹੁਕਮਨਾਮੇ ਦੇ ਬੋਲ ਹਨ ਜੀ। ਹਰ ਬਿਸਰਤ ਸਦਾ ਖੁਆਰੀ। ਹਰੀ ਦੇ ਬਿਸਰਨ ਨਾਲ ਸਦਾ ਹੀ ਖੁਆਰੀਆਂ ਹੁੰਦੀ ਹੈ। ਅਸੀਂ ਜਗਤ ਦੇ ਵਿੱਚ ਆਉਂਦੇ ਹਾਂ ਤੇ ਮਾਇਆ ਦੇ ਪ੍ਰਭਾਵ ਕਰਕੇ ਪ੍ਰਭੂ ਨੂੰ ਭੁੱਲ ਜਾਂਦੇ ਹਾਂ, ਜਿਹਦੇ ਕਰਕੇ ਅਸੀਂ ਜਿਸ ਮਕਸਦ ਨਾਲ ਸੰਸਾਰ ਵਿੱਚ ਆਉਣਾ ਹੈ, 84 ਲੱਖ ਜੋਨਾਂ ਨੂੰ ਕੱਟ ਕੇ ਅਸੀਂ ਇਸ ਮਨੁੱਖਾਂ ਦੇਹ ਨੂੰ ਪ੍ਰਾਪਤ ਕੀਤਾ ਹੈ, ਉਹ ਕਿੱਥੇ ਨਾ ਕਿੱਥੇ ਇੱਕ ਪ੍ਰਕਾਰ ਦਾ ਜਿਹੜਾ ਲਕਸ਼ ਹੈ ਉਹ ਫੇਲ ਹੁੰਦਾ ਹੈ। ਇਸ ਕਰਕੇ ਗੁਰਬਾਣੀ ਵਿੱਚ ਸਾਵਧਾਨੀ ਇਨਸਾਨ ਨੂੰ ਯਾਦ ਕਰਾਇਆ ਜਾਂਦਾ ਹੈ। ਤਾਂ ਕਉ ਧੋਖਾ ਕਾਂ ਵਿਆਪੈ। ਉਹਨਾਂ ਨੂੰ ਧੋਖਾ ਨਹੀਂ ਮਿਲ ਸਕਦਾ। ਜਾ ਕੋ ਓਟ ਤੁਹਾਰੀ, ਜਿਨ੍ਹਾਂ ਨੂੰ ਤੁਹਾਡੀ ਓਟ ਮਿਲ ਜਾਵੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨ ਹਾਰ ਦਿਆਲਾ, ਨਾਨਕ ਘਰ ਕੇ ਗੋਲ। ਸ਼ਰਨ ਵਿੱਚ ਹੀ ਸੁੱਖ ਹਨ, ਓਟ ਵਿੱਚ ਹੀ ਸੁੱਖ ਹਨ। ਰਹਾਓ ਵਿਸਰਾਮ ਹੈ। ਬਿਨ ਸਿਮਰਨ ਜੋ ਜੀਵਨ ਬੱਲਾ। ਬਿਨਾ ਪ੍ਰਭੂ ਦੀ ਯਾਦ ਤੋਂ ਨਾ, ਸਿਮਰਨ ਤੋਂ ਇਹ ਜੀਵਨ ਕਿਸ ਤਰ੍ਹਾਂ ਸੜਦਾ ਪਿਆ ਹੈ, ਬਲ ਰਿਹਾ ਹੈ। ਸਰਪ ਜੈਸੇ ਅਰ ਜਾਰੀ। ਜਿਸ ਤਰ੍ਹਾਂ ਕੋਈ ਸੱਪ ਹੁੰਦਾ ਹੈ ਨਾ, ਕਹਿੰਦੇ ਉਹਦੀ ਉਮਰ ਬਹੁਤ ਲੰਬੀ ਹੁੰਦੀ ਹੈ, 100 ਸਾਲ ਤੋਂ ਵੀ ਉੱਪਰ ਮੰਨੇ ਗਏ ਹਨ ਸੱਪ। ਪਰ ਉਹ ਇੱਕ ਪ੍ਰਕਾਰ ਦਾ ਜ਼ਹਿਰ ਉਗਲਦਾ ਹੈ, ਤੇ ਜ਼ਹਿਰ ਹੀ ਉਹਦੇ ਅੰਦਰ ਹੈ। ਇੱਕ ਜੋਨ ਹੀ ਭੁਗਤਦਾ ਹੈ, ਉਹ ਬੜੀ ਮਾੜੀ ਜੋਨ ਹੈ, ਪਰ ਉਮਰ ਬੜੀ ਲੰਬੀ ਹੈ। ਉਸ ਤਰ੍ਹਾਂ ਸਾਡਾ ਸਿਮਰਨ ਤੋਂ ਬਿਨਾਂ ਜੀਵਨ ਬੀਤ ਰਿਹਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨਾਮ ਨਹੀਂ ਜਪਾਂਗੇ ਉਹ ਸਰਪ ਵਰਗਾ ਹਾਲ ਹੈ ਸਾਡਾ। ਨਵਖੰਡਨ ਕੋ ਰਾਜ ਕਮਾਵੈ। ਸਾਰੀ ਦੁਨੀਆ ਵਿੱਚ ਉਹਦਾ ਰਾਜ ਵੀ ਹੋ ਜਾਵੇ, ਸਾਰੀ ਸ੍ਰਿਸ਼ਟੀ ਤੇ ਰਾਜ ਹੋਵੇ, ਭਾਵੇਂ ਨਾਮ ਨਹੀਂ ਜਪਦਾ ਨਾ ਤੇ ਅੰਤ ਚਲੇ ਗੋ ਹਾਰੀ। ਅੰਤ ਵੇਲਾ ਉਹਦਾ ਬਾਜੀ ਹਾਰ ਕੇ ਜਾਏਗਾ, ਕਿਉਂਕਿ ਨਾਮ ਤੇ ਜਪੇ, ਮਕਸਦ ਤੇ ਨਾਮ ਸੀ। ਗੁਣ ਨਿਦਾਨ ਗੁਣ ਤਿਨਹੀ ਗਾਏ। ਗੁਣਾਂ ਦੇ ਨਿਦਾਨ ਦੇ ਗੁਣ ਉਹੀ ਗਾ ਸਕਦੇ ਹਨ ਪ੍ਰਭੂ ਪਿਆਰੇ। ਜਾ ਕੋ ਕਿਰਪਾ ਧਾਰੀ। ਜਿਨ੍ਹਾਂ ਉੱਪਰ ਪਰਮੇਸ਼ਵਰ ਪ੍ਰਭੂ ਦੀ ਦਇਆ ਤੇ ਰਹਿਮਤਾਂ ਹੋਏਗੀ, ਕਿਰਪਾ ਹੋਏਗੀ, ਉਹੀ ਗਾ ਸਕਦੇ। ਸੋ ਸੁਖੀਆ ਧਨ ਉਸ ਜਨਮਾ। ਉਹ ਸੁਖੀ ਹੈ ਤਾਂ ਧਨ ਉਹਦਾ ਜਨਮ ਹੈ ਆਣਾ। ਨਾਨਕ ਤਿਸ ਬਲਿਹਾਰੀ। ਨਾਨਕ ਜੀ ਉਹਨਾਂ ਦੇ ਬਲਿਹਾਰ ਜਾਂਦੇ ਹਨ ਜਿਨ੍ਹਾਂ ਨੇ ਇਹ ਜਨਮ ਸਫਲ ਕੀਤਾ ਹੈ ਜੀ। ਨਾਮ ਵਾਲੇ ਪਾਸੇ ਜਨਮ ਨੂੰ ਲਾਇਆ ਹੈ। ਸੰਗਤ ਦੀ ਸੇਵਾ, ਸਤ ਮਹਾਂਪੁਰਸ਼ਾਂ ਦੀ ਸੰਗਤ, ਪੁੰਨ ਦਾਨ ਕਰਨੇ, ਦਇਆ ਕਰਨੀ, ਜੀ ਦਇਆ ਕਰਨੀ, ਜਿਨ੍ਹਾਂ ਨੇ ਇਸ ਪਾਸੇ ਲਾ ਲਿਆ ਹੈ ਜੀਵਨ, ਧਨ ਹਨ। ਧਨ ਧਨ ਉਹਨਾਂ ਦੀ ਕਰਨੀਆਂ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕੋਲ ਨਾ ਅੱਜ ਸਿੱਖ ਆਏ ਨੇ 3। ਬੜੇ ਹੀ ਰੋਚਕ ਕਥਾ ਹੈ ਜੀ। 3 ਸਿੱਖ ਆ ਕੇ ਕਹਿੰਦੇ ਫਿਕਰ ਲੱਗਦੀ ਹੈ ਕਿ ਜਦੋਂ ਸਾਨੂੰ ਪਤਾ ਲੱਗਦਾ ਹੈ ਨਾ 84 ਲੱਖ ਜੋਨ ਹੈ, ਉਹ ਤੋਂ ਨਿਬੜ ਕੇ ਇਨਸਾਨ ਇੱਥੇ ਆਉਂਦਾ ਹੈ ਤੇ ਮਕਸਦ ਉਹਦਾ ਨਾਮ ਜਪਣਾ ਹੈ, ਮਨੁੱਖਾਂ ਦੇ ਮਿਲੀ ਨਾਮ ਵਾਸਤੇ। ਤੇ ਫਿਕਰ ਲੱਗਦੀ ਹੈ ਕਈ ਵਾਰੀ ਕਿ ਕੀ ਬਣੇਗਾ ਸਾਡਾ।
84 ਲੱਖ ਜੋਨਾਂ ਵਿੱਚ ਦੁਬਾਰਾ ਪੈ ਗਏ ਤੇ ਕੀ ਬਣੇਗਾ? ਇਹ ਜਿਹੜੇ ਗਿਰ ਹੈ ਨਾ, ਗਿਰ ਕਿਹਾ ਜਾਂਦਾ ਪਹਾੜਾਂ ਨੂੰ। ਇਹ ਪਹਾੜ ਵੀ ਜਿਹੜੇ ਹੈ ਨਾ, ਇਹ ਜੋਨੀ ਹੈ ਜੀ। ਕਿੰਨੇ ਸਾਲ ਇਹਨਾਂ ਦੀ ਉਮਰ ਹੁੰਦੀ ਹੋਣੀ। ਇਹ ਵੀ ਸਾਡੇ ਵਰਗਿਆਂ ਦੀ ਜੋਨੀ ਹੈ। ਪੱਥਰ, ਜਿਹੜੇ ਪੱਥਰ ਹੁੰਦੇ ਆ ਘਰਾਂ ਵਿੱਚ ਵੀ ਲਗਾਈਦਾ, ਇਹ ਵੀ ਜੋਨੀ ਨੇ। ਇਹ ਵੀ ਦੇਖ ਲਓ ਕਿੰਨੀ ਕਿੰਨੀ ਉਮਰ ਭੁਗਤ ਕੇ ਜਾਂਦੇ ਹਨ। ਇਹ ਗੱਲਾਂ ਸੁਣ ਕੇ ਡਰ ਲੱਗਦਾ ਸੀ। ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਅੱਜ ਸਵਾਲ ਕੀਤਾ, ਮਨੁੱਖ ਜੀਵਨ ਸਫਲ ਕਰਨਾ ਹੈ ਤੇ ਗੁਰੂ ਅਰਜਨ ਦੇਵ ਜੀ ਉੱਤਰ ਦਿੰਦੇ ਹਨ, ਗੁਰਮੁਖ ਬਣ ਜਾਓ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰਮੁਖ, ਮਨਮੁਖ ਵਾਲੇ ਕੰਮ ਬੰਦ ਕਰ ਦੋ, ਗੁਰਮੁਖ ਬਣ ਜਾਓ। ਜੇ ਡਰਦੇ ਹੋ ਨਾ, ਜੇ ਬਚਣਾ ਚਾਹੁੰਦੇ ਹੋ। ਗੁਰੂ ਅਰਜਨ ਦੇਵ ਜੀ ਨੇ 3 ਸਿੱਖਾਂ ਨੂੰ ਉਪਦੇਸ਼ ਕੀਤਾ। ਹੁਣ 3 ਸਿੱਖ ਦੇਖੋ ਕੈਸੇ ਵਿਚਾਰ ਵਾਲੇ ਸਿੱਖ ਸਨ। ਪਹਿਲੇ ਤੇ ਜੀਵਨ ਸਫਲ ਕਰਨ ਵਾਸਤੇ ਰਸਤਾ ਪੁੱਛਦੇ ਹਨ, ਫਿਰ ਹੁਣ ਪੁੱਛਦੇ ਹਨ ਕਿ ਗੁਰਮੁਖ ਔਰ ਮਨਮੁਖ ਦੇ ਲੱਖਣ ਕੀ ਹਨ, ਸਾਨੂੰ ਇਹ ਭੇਦ ਦੱਸਣਾ ਕਰੋ। ਗੁਰੂ ਅਰਜਨ ਦੇਵ ਜੀ ਦੱਸਦੇ ਹਨ, ਗੁਰਮੁਖ 3 ਪ੍ਰਕਾਰ ਦੇ ਹੁੰਦੇ। 3 ਪ੍ਰਕਾਰ ਦੇ। ਇੱਕ ਖਾਲੀ ਗੁਰਮੁਖ, ਦੂਜੇ ਪ੍ਰਕਾਰ ਦੇ ਤਰ ਗੁਰਮੁਖ, ਤੀਜੇ ਪ੍ਰਕਾਰ ਦੇ ਤਮ ਗੁਰਮੁਖ। ਹੁਣ ਤੁਸੀਂ ਪੁੱਛਣਾ ਕਰੋਗੇ ਇਹ ਗੁਰਮੁਖ 3 ਪ੍ਰਕਾਰ ਦੇ ਕਿਸ ਤਰ੍ਹਾਂ ਮੰਨੇ ਗਏ? ਇਹਦੇ ਬਾਰੇ ਵੀ ਡਿਟੇਲ ਚਾਹੀਦੀ ਹੈ। ਸਿੱਖਾਂ ਨੇ ਵੀ ਪੁੱਛਣਾ ਕੀਤੀ ਗੁਰੂ ਅਰਜਨ ਦੇਵ ਜੀ ਕੋਲ, ਸਾਨੂੰ ਡਿਟੇਲ ਵਿੱਚ ਥੋੜਾ ਸਮਝਾਣਾ ਕਰ ਸਕਦੇ ਹੋ ਜੀ? ਗੁਰਮੁਖ, ਪਹਿਲੇ ਗੁਰਮੁਖ ਦਾ ਦੱਸਿਆ ਬਾਬਾ ਜੀ ਨੇ ਆਪਣੇ ਮੂੰਹੋਂ, ਕਥਾ ਦੱਸੀ। ਸੂਰਜ ਪ੍ਰਕਾਸ਼ ਗ੍ਰੰਥ ਅੰਦਰ ਇਹ ਸ਼ਾਮਲ ਹੈ ਇਹ ਕਥਾ। ਕਈ ਗੁਰਮੁਖ ਐਸੇ ਹਨ ਜਿਹੜੇ ਉਹ ਹਨ ਜੇ ਕਿਸੇ ਦਾ ਭਲਾ ਤਾਂ ਕਰਦੇ ਹਨ ਜਦ ਕੋਈ ਉਸ ਦੇ ਨਾਲ ਵੀ ਕੋਈ ਭਲਾ ਕਰੇ। ਇਹ ਸ਼ਰਤ ਹੁੰਦੀ ਹੈ ਗੁਰਮੁਖ ਦੀ ਕਿ ਅਗਰ ਇਹ ਸਾਹਮਣੇ ਵਾਲਾ ਮੇਰੇ ਨਾਲ ਭਲਾ ਕਰ ਰਿਹਾ ਮੈਂ ਵੀ ਇਹਦਾ ਹੀ ਭਲਾ ਕਰਾਂਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਅਵਸਥਾ ਹੈ, ਪਹਿਲੀ ਅਵਸਥਾ ਹੈ। ਇਹ ਫਿਰ ਵੀ ਕਈਆਂ ਨਾਲੋਂ ਚੰਗੇ ਹਨ ਕਿਉਂਕਿ ਉਹਨੂੰ ਦੇਖਤੇ ਰਹੇ ਹਨ ਕਿ ਉਹ ਮੇਰਾ ਭਲਾ ਕਰ ਰਿਹਾ, ਮੈਂ ਵੀ ਇਹਦਾ ਭਲਾ ਬੀਜਣਾ, ਚੰਗਾ ਕਰਨਾ ਹੈ। ਇਹ ਗੁਰਮੁਖ ਦੀ ਨਿਸ਼ਾਨੀ ਹੈ। ਜੋ ਪਹਿਲਾ ਗੁਰਮੁਖ ਪੁੱਛਿਆ ਨਾ, ਇਹ ਗੁਰਮੁਖ ਦੀ ਨਿਸ਼ਾਨੀਆਂ। ਜਿਨੇ ਤੁਹਾਡੇ ਨਾਲ ਭਲਾਈ ਕੀਤੀ ਤੁਸੀਂ ਉਸ ਦੇ ਨਾਲ ਹੀ ਵਰਤਦੇ ਹੋ, ਉਹਦੇ ਨਾਲ ਭਲਾਈ ਕਰਦੇ ਹੋ। ਪਹਿਲੇ ਗੁਰਮੁਖ ਦੀ ਨਿਸ਼ਾਨੀ। ਤਰ ਗੁਰਮੁਖ, ਦੂਜੇ ਪ੍ਰਕਾਰ ਦੇ ਗੁਰਮੁਖ ਕਿਹੜੇ ਹਨ? ਧਰਮ ਗੁਰਮੁਖ। ਜੜਾ ਗੁਰਮੁਖ, ਜਿਹੜੇ ਗੁਰਮੁਖ ਨਾਲ ਬੁਰੀਾਈ ਕਰੇ। ਕੋਈ ਤੁਹਾਡੇ ਨਾਲ ਬੁਰੀਾਈ ਵੀ ਕਰੇ, ਤੁਹਾਡਾ ਮਾੜਾ ਕਰੇ, ਪਰ ਤਾਂ ਵੀ ਉਸ ਬੰਦੇ ਦੇ ਪ੍ਰਤੀ ਤੁਹਾਡੇ ਅੰਦਰ ਕੋਈ ਖੋਟ ਨਾ ਆਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਤੁਹਾਡਾ ਭਲਾ ਵੀ ਨਾ ਕਰੇ, ਬੁਰਾ ਸੋਚਦਾ ਰਹੇ, ਫਿਰ ਵੀ ਤੁਸੀਂ ਉਹਦੇ ਪ੍ਰਤੀ ਬਿਲਕੁਲ ਸ਼ੰਕਾ ਨਾ ਕਰੋ। ਤੁਹਾਡੇ ਮਨ ਵਿੱਚ ਉਹਦੇ ਪ੍ਰਤੀ ਕੋਈ ਗੁੱਸਾ ਨਾ ਹੋਵੇ, ਖੋਟ ਨਾ ਹੋਵੇ। ਹਮੇਸ਼ਾ ਬੋਲ ਵਿੱਚ ਭਲਾ ਮੰਗਦਾ ਹੋਵੇ, ਉਹਦਾ ਵੀ ਭਲਾ। ਤੇ ਕਹਿੰਦਾ ਹੈ ਬਾਬਾ ਅਤਰ ਸਿੰਘ ਜੀ ਦੇ ਬਚਨ ਹਨ, ਜਿਹੜੇ ਕਿਸੇ ਦੇ ਕੜਵੇ ਬੋਲ ਸਹਾਰ ਲੈਂਦੇ ਹਨ ਗੁਰਮੁਖ ਪਿਆਰੇ। ਕਈ ਸਾਲਾਂ ਦਾ ਤਪ ਜਪ ਭਗਤੀ ਉਹਦੀ ਝੋਲੀ ਵਿੱਚ ਆ ਕੇ ਪੈ ਜਾਂਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੜਵਾ ਬੋਲ ਬਿਨਾਂ ਕਿਸੇ ਗੱਲ ਤੋਂ ਕੋਈ ਸਹਿਜ ਹੋਵੇ, ਕਸੂਰ ਵੀ ਨਾ ਹੋਵੇ। ਜਿਹੜਾ ਗੁਰੂ ਨਾਨਕ ਦੇਵ ਜੀ ਦੇ ਵਚਨ ਹਨ ਕੜਵੇ ਬੋਲ ਦੇ, ਜਿਹੜਾ 3 ਵਾਰੀ ਕਿਸੇ ਦਾ ਬੁਰਾ ਬੋਲ ਸਹਿ ਲੈਂਦਾ, 3 ਵਾਰੀ ਆਪੇ ਉਹਦੇ ਸਾਰੇ ਪਾਪ ਖਤਮ ਹੋਣੇ ਸ਼ੁਰੂ ਹੋ ਜਾਂਦੇ। ਪਾਪ ਜਿਹੜੇ ਹੈ ਨਾ, ਜੇ ਕੀਤੇ ਹੋਏ ਜ਼ਿੰਦਗੀ 'ਚ, ਉਹ ਝੜਨੇ ਸ਼ੁਰੂ ਹੋ ਜਾਂਦੇ ਹਨ। ਜਿਹੜੇ 3 ਵਾਰੀ ਕਿਸੇ ਦੀ ਗੱਲ ਸਹਿ ਜਾਵੇ, ਔਖੀ ਗੱਲਾਂ। ਕਿਉਂ? ਕਿਉਂਕਿ ਉਹਨਾਂ ਦੀ ਅਵਸਥਾ ਹੁੰਦੀ ਹੈ, ਪਤਾ ਨਹੀਂ ਅਗਲਾ ਸਵਾਸ ਆਵੇਗਾ ਕਿ ਨਹੀਂ ਆਵੇਗਾ।
ਪਤਾ ਨਹੀਂ ਇਹ ਸਾਹ ਅੰਦਰ ਗਿਆ ਫਿਰ ਬਾਹਰ ਆਵੇ ਨਾ ਆਵੇ। ਅਸੀਂ ਐਵੇਂ ਝਗੜਾ ਕਰਦੇ ਫਿਰੀਏ, ਜੀਵਨ ਛੋਟਾ ਹੈ ਸਾਡਾ। ਅਸੀਂ ਗੁਰਮੁਖ ਵਾਲੀ ਅਵਸਥਾ ਤੇ ਜਾਣਾ। ਇਹਨੂੰ ਕਿਹਾ ਜਾਂਦਾ ਜੀ ਤਰ ਗੁਰਮੁਖ। ਗੁਰੂ ਜੀ ਨੇ ਤੀਜੇ ਗੁਰਮੁਖ ਦੇ ਬਾਰੇ ਗੱਲ ਖੋਲੀ, ਤਮ ਗੁਰਮੁਖ। ਇਹ ਕੌਣ ਹੁੰਦੇ? ਇਹ ਉਸ ਤੋਂ ਵੀ ਇੱਕ ਨੰਬਰ ਉੱਪਰ ਦੀ ਅਵਸਥਾ ਤੇ ਚਲੇ ਗਏ। ਪਹਿਲੇ ਦੋ ਅਵਸਥਾ ਗੁਰਮੁਖ, ਤਰ ਗੁਰਮੁਖ ਹੈ, ਤਮ ਗੁਰਮੁਖ ਹੋਏ। ਭਾਵੇਂ ਕੋਈ ਗੁਰਮੁਖ ਦਾ ਬੁਰਾ ਵੀ ਨਾ ਕਰਦਾ, ਭਾਵੇਂ ਕੋਈ ਗੁਰਮੁਖ ਦਾ ਕੋਈ ਬੁਰਾ ਵੀ ਨਹੀਂ ਕੋਈ ਕਰੇ, ਭਾਵੇਂ ਬੁਰਾ ਕਰੇ। ਮੰਨ ਲਓ ਕੋਈ ਤੁਹਾਡਾ ਦੁਸ਼ਮਣ ਹੈ, ਵੈਰੀ ਹੈ, ਉਹ ਤੁਹਾਡਾ ਬੁਰਾ ਚਾਹੁੰਦਾ ਹੈ, ਤੁਹਾਡੇ ਮਗਰ ਲੱਗਿਆ ਹੈ, ਤੁਹਾਨੂੰ ਮਾਰਨਾ ਤੱਕ ਚਾਹੁੰਦਾ ਹੈ, ਬੁਰਾ ਕਰਦਾ ਹੈ ਰੋਜ਼, ਤੇ ਤਮ ਗੁਰਮੁਖ ਉਹਦੀ ਅਰਦਾਸ ਕਰਦਾ ਹੈ ਮਨ ਵਿੱਚ ਕਿ ਇਹ ਰੱਬਾ ਇਹਨੂੰ ਸੁਮਤ ਬਖਸ਼ੋ, ਇਹਦਾ ਭਲਾ ਕਰਨਾ। ਇਹਨੂੰ ਅਜੇ ਅਕਲ ਨਹੀਂ ਹੈ, ਇਹਨੂੰ ਗਿਆਨ ਨਹੀਂ ਹੈ, ਇਹ ਆਪਣਾ ਜੀਵਨ ਬਰਬਾਦ ਕਰ ਰਿਹਾ ਹੈ, ਇਹ ਮੈਨੂੰ ਮਾਰਨਾ ਚਾਹੁੰਦਾ ਹੈ, ਪਰ ਮੈਂ ਇਹਦੀ ਅਰਦਾਸ ਕਰਨਾ ਕਿ ਇਹਦੀ ਬੁੱਧੀ ਬਦਲ ਜਾਵੇ, ਇਹਦਾ ਭਲਾ ਹੋ ਜਾਵੇ। ਇਹ ਹੋਰ ਵੱਡੀ ਅਵਸਥਾ ਹੈ ਕਿ ਕਿਸੇ ਦੀ ਅਰਦਾਸ ਕਰਨੀ, ਉਹ ਵੀ ਬੁਰੇ ਬੰਦੇ ਦੀ, ਉਹਦਾ ਭਲਾ ਮੰਗਣਾ ਅਰਦਾਸ। ਤੇ ਭਾਈ ਕਨਈਆ ਜੀ ਇਸ ਅਵਸਥਾ ਦੇ ਮਾਲਕ ਹਨ। ਭਾਈ ਕਨਈਆ ਉਹਨਾਂ ਨੇ ਦੁਸ਼ਮਣਾਂ ਵੈਰੀਆਂ ਨੂੰ ਪਾਣੀ ਆਪ ਪਿਲਾਇਆ, ਮਰਮ ਪੱਟੀਆਂ ਵੀ ਕੀਤੀਆਂ। ਇੱਧਰ ਤੱਕ ਕਿ ਸਿੱਖ ਜਗਤ ਤਾਨੇ ਮਾਰਦੇ ਸੀ ਤੇ ਅੱਗੋਂ ਭਾਈ ਕਨਈਆ ਜੀ ਦੇ ਵਚਨ ਸਨ ਕਿ ਮੈਂ ਵੀ ਤੇ ਬੁਰੀਆਈ ਮਾਰ ਰਿਹਾ, ਮੈਂ ਵੀ ਦੁਸ਼ਮਣ ਮਾਰਦਾ ਪਿਆ, ਤੁਸੀਂ ਮਾਰਦੇ ਹੋ ਹਥਿਆਰ ਨਾਲ, ਮੈਂ ਉਹਨਾਂ ਦੀ ਦਵਾਈ ਦਾਰੂ ਕਰਕੇ, ਉਹਨਾਂ ਨੂੰ ਪਾਣੀ ਪਿਲਾ ਕੇ ਉਹਨਾਂ ਦੇ ਅੰਦਰ ਦਾ ਬੈਰ, ਉਹਨਾਂ ਦੀ ਦੁਸ਼ਮਣੀ ਮਾਰਦਾ ਪਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਵੱਡਾ ਕੰਮ, ਮੈਂ ਉਹਨਾਂ ਦੇ ਮਨ ਨੂੰ ਮਾਰਦਾ ਪਿਆ, ਉਹਨਾਂ ਦੇ ਅੰਦਰ ਬੈਰ ਹੀ ਖਤਮ ਕਰ ਦਾਂਗਾ ਪਾਣੀ ਪਿਲਾ ਕੇ। ਇਹ ਉਹਨਾਂ ਦੀ ਅਵਸਥਾ ਹੈ ਭਾਈ ਕਨਈਆ ਜੀ ਦੀ, ਤਮ ਗੁਰਮੁਖ ਵਾਲੀ। ਹੁਣ ਗੁਰੂ ਅਰਜਨ ਦੇਵ ਜੀ ਕਹਿੰਦੇ 3 ਪ੍ਰਕਾਰ ਦੇ ਮਨਮੁਖ ਵੀ ਹੁੰਦੇ ਹੈ, ਉਹ ਵੀ ਸੁਣ ਲਓ। ਮਨਮੁਖ ਕਿਹੜੇ ਹੋਏ ਧਰਤੀ ਤੇ? ਪਹਿਲੇ ਪ੍ਰਕਾਰ ਦਾ ਮਨਮੁਖ ਕਦੀ ਕਥਾ ਨਹੀਂ ਸੁਣੇਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹਦਾ ਵਿਚਾਰ ਵੱਲ ਧਿਆਨ ਨਹੀਂ ਜਾਂਦਾ, ਕਿਉਂਕਿ ਕਥਾ ਸੁਣਨੀ ਔਖੀ ਹੈ, ਸੱਚਾਈ ਹੁੰਦੀ ਹੈ ਸਾਰੀ, ਨਹੀਂ ਸੁਣੇਗਾ। ਕਦੇ ਪੁੰਨ ਦਾਨ ਨਹੀਂ ਕਰੇਗਾ, ਕਿਸੇ ਦਾ ਦਾਨ ਪੁੰਨ ਕਰਨਾ ਇਹ ਵੀ ਇਸ ਤੋਂ ਵੀ ਦੂਰ ਰਹੇਗਾ ਜੀ। ਤਮ ਮਨਮੁਖ ਕਿਹੜੇ ਹੁੰਦੇ? ਦੂਜੇ ਪ੍ਰਕਾਰ ਦੇ ਮਨਮੁਖ ਦੱਸੇ, ਤਮ ਤਰ ਗੁਰਮੁਖ, ਤਰ ਮਨਮੁਖ, ਤਰ ਮਨਮੁਖ। ਉਹ ਕਿਸੇ ਦਾ ਭਲਾ ਤੇ ਕਦੇ ਕਰਦੀ ਨਹੀਂ, ਕਦੀ ਕਿਸੇ ਦਾ ਭਲਾ ਸੋਚਦੇ ਵੀ ਨਹੀਂ, ਬਲਕਿ ਕਿਸੇ ਦਾ ਭਲਾ ਹੁੰਦਾ ਵੀ ਹੋਵੇ ਨਾ, ਉਹਨੂੰ ਦੇਖ ਕੇ ਦੁਖੀ ਹੁੰਦੇ ਹੈ ਕਿ ਇਹ ਸੁਖੀ ਕਿਉਂ ਹੈ, ਇਹ ਪੜੋਸੀ ਦੇ ਘਰ ਇਹਨੇ ਸੁੱਖ ਕਿਉਂ ਹੈ। ਉਹ ਮਨਮੁਖ ਦਾ ਮਨ ਕਲਪਦਾ ਹੈ, ਆਪਣੇ ਆਪ ਤੋਂ ਨਹੀਂ, ਉਹਦੇ ਸੁੱਖ ਦੇਖ ਕੇ ਈਰਖਾ ਕਰਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤਰ ਮਨਮੁਖ ਨੇ। ਤਮ ਮਨਮੁਖ ਗੁਰੂ ਜੀ ਨੇ ਦੱਸੇ ਇੱਕ ਤੀਜੇ ਪ੍ਰਕਾਰ ਦੇ ਤਮ ਮਨਮੁਖ। ਉਹ ਕਿਹੜੇ? ਉਹ ਪੂਰੇ ਜਗਤ ਦੇ ਬੈਰੀ ਹੋ ਜਾਂਦੇ, ਪੂਰੇ ਜਗਤ ਹੀ ਉਹਨਾਂ ਨੂੰ ਬੈਰੀ ਨਜ਼ਰ ਆ ਰਿਹਾ, ਦੁਸ਼ਮਣੀਆਂ ਕਰਦੇ, ਲੜਾਈ ਝਗੜੇ ਕਰਦੇ ਹਨ, ਹਰ ਕਿਸੇ ਨੂੰ ਮਾੜਾ ਆਖਦੇ ਹਨ, ਕੋਈ ਕਿਸੇ ਨਾਲ ਉਹਨਾਂ ਦੀ ਸੁਭਾਵ ਮੇਲ ਨਹੀਂ ਖਾਂਦਾ, ਹਰ ਕੋਈ ਉਹਨਾਂ ਨੂੰ ਗਲਤ ਹੀ ਨਜ਼ਰ ਆ ਰਿਹਾ ਹੈ ਸੰਸਾਰ। ਜਿਸ ਤਰ੍ਹਾਂ ਔਰੰਗਜ਼ੇਬ ਕਿਸ ਤਰ੍ਹਾਂ ਗਲਤ ਦੇਖਦਾ ਸੀ, ਕਈ ਹੋਰ ਰਾਜੇ ਰਾਣੇ ਜਿਹੜੇ ਸ਼ਾਸਕ ਹੋਏ ਉਹ ਆਮ ਜਨਤਾ ਨੂੰ ਹੀ ਮਾਰਨਾ ਸ਼ੁਰੂ ਕਰ ਦਿੰਦੇ ਸੀ। ਉਹ ਤਮ ਮਨਮੁਖ ਨੇ, ਸਭ ਨੂੰ ਬੁਰਾ ਸਮਝਦੇ ਹਨ, ਆਪਣੇ ਆਪ ਨੂੰ ਚੰਗਾ ਸਮਝਦੇ ਆ, ਪਰ ਸਭ ਤੋਂ ਵੱਡੀ ਗੱਲ ਆਪਣੇ ਆਪ ਵਰਗੇ ਨੂੰ ਦੇਵਤਾ ਨਹੀਂ ਸਮਝਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਪਣੇ ਵਿੱਚ ਉਹਨਾਂ ਨੂੰ ਕੋਈ ਖੋਟ ਨਹੀਂ ਨਜ਼ਰ ਆ ਰਿਹਾ ਤੇ ਪੂਰਾ ਜਗਤ ਬੈਰੀ ਨਜ਼ਰ ਆ ਰਿਹਾ। ਇਹ ਕਿਹੜੀ ਅਵਸਥਾ ਹੋਈ? ਇਹ ਮਨਮੁਖਾਂ ਦੀ ਅਵਸਥਾ ਹੈ। ਗੁਰੂ ਅਰਜਨ ਦੇਵ ਜੀ ਸਿੱਖਿਆ ਦਿੰਦੇ ਹੈ, ਜੇ ਜੀਵਨ ਸਫਲ ਕਰਨਾ ਹੈ ਭਾਈ, ਇਹ 3 ਗੁਰਮੁਖਾਂ ਵਾਲੇ ਲਕਸ਼ਣ ਲਿਆਓ ਤੇ ਮਨਮੁਖ ਵਾਲੇ ਲਕਸ਼ਣ ਤਿਆਗ ਦਿਓ। ਜੇ 84 ਤੋਂ ਇੰਨਾ ਡਰ ਲੱਗਦਾ ਹੈ ਜੀਵਨ ਬਣਾਉਣਾ ਹੈ
महान नाम सिंह जी, यह बाबा महान नाम सिंह जी ना, ये रूमी वाले संत होए पुच्छो मंडी। बाबा नंद सिंह जी के मुरशद, इन्हों को ना एक बुरियाई वाला बंदा आया, एक बुरियाई वाला, वो कैसा सी बंदा, जुआरी सी, जुआरी, बड़ा जुआ खेडिया जी उन्हें, अपना मकान हार गया, जमीन हार गया, सोना जेवर हार गया, दुकान हार गया, खत्म करता उन्हें अपने आप को, खत्म। परिवार भी उन्होंने छड़ के, बच्चे वोटी पेके चले गए, खाली हो गया जी, बेइज्जतियां करा दिया, करजे चढ़ गए। अज वो जुआरी नूं किसी ने सुमत पाई, डुबे हुए नूं, कि भाई तू महा नाम सिंह को जा, जे जीवन चाहता है कुछ ना कुछ बन जाएगा। वो गया, हारिया तो पिया सी जिंदगी तो, पहुँच गया महापुरुषों को। महापुरुषों ने जो सुनिया कौन है, कहते जुआरी है, कहते जुआरी नाल साडा की वास्ता, इनू भजा दो, आखो सतनाम श्री वाहिगुरू, इहदे नाल की वास्ता, गुरमुखां नाल साडी हैगी दोस्ती, इन्हां नाल काहदी है, इन्हें किहड़ा नाम जपना। बस जी वो चला गया, मुड़ गया, दूजे दिन परत के फिर आ गया। किसी ने समझाया, ढीठ मंगते अकन जाई जा, तेरा भला कर देंगे, जाई जरूर अगले दिन फिर पहुंचिया। मां नाम सिंह जी ने इशारा करता सेवक नूं, इनू शरा कराओ, शरा, शरा हुंदा जी इशनान, सिर तो लैके पैरों तक इशनान कराया जाता है, कुछ जाप जपा के उन्हें शरा करा के मां नाम सिंह के टीले के उपर लिया, टीले ते बहंदे सी महाराज बाबा जी, अज भी वो टीला मौजूद है जिथे बहंदे सी। वो टीले उपर आया जुआरी, ते बाबा जी ने गल सुनी उहदी दुख दी। बाबा जी कहते यदी जिहड़ा विकार है ना बहुत हावी है, उपर इनू हुण प्रैक्टिकली शुद्ध करना पेगा, प्रैक्टिकली। बाबा जी ने ना दुआनी जिन्होंने कहते दुआनी पुराने जमाने की, वो दिती, ये लै दुआनी, ये हुण जाके तू जुए च ला दे अज, ते जड़ी माया आएगी उहदे नाल पहले अपना घर छुड़ा लेगी नवा, बच्चियां नूं आपा बुला ली, कारोबार खोल ली, फिर ठीक ठाक हो जाएगा सब कुछ, फिर तू मेरे को आई, फिर तैनूं अगली गल दसांगे, तू अजे ये करके आ। उन्हें दवानी महापुरुषों की कृपा वाली लै ली, जेब विच पा ली, जिथे वो कारोबार दो जुआ खेडन जाता से उन्हें लाती दवानी। वो दवानी की लगी जी, वो तो कृपा ही वरत गई, वो तो दवानी तो रुपया, रुपये तो 10 रुपये, 10 रुपये तो 100 रुपया, 100 तो हज़ारों, हज़ारों तो लखा, कमाल ही करती दवानी ने। उहदे घर ही भरने शुरू हो गए, मकान छुट गया, जायदाद बच गई, बच्चे वोटी नाल आ गए, नौकर चाकर आ गए, उहदा तो कमाल हो गई। उन्होंने लालच पै गया, उन्हें कहा तो बड़ी कृपा है मेरे ऊपर, लालची हो गया, भुल गया संतां नूं, माया आई फिर दोबारा भुलिया है। देखो स्वाद लैंदा। महापुरुषों ने 2 सिख भेजे पुच्छो साहिब को, उहदे नगर जुआरी में आए, कहन लगे भाई तू संतां दा बचन भुलिया पिया, तैनूं संत याद करदे है, तैनूं आग्या सी जदों तेरा सब कुछ ठीक हो जाएगा कारोबार तो वापस आना। हुण दब्बो दब्बी जाना पै गया। जदों महापुरुषों कोल गया तो महापुरुषों ने जदों उन्होंने झिड़किया तो माफ़ी मंगदा फिरदा, महाराज भुल हो गई, भुल गया सी, दात प्यारी विसरिया दातारा, दातारा भुल गया। कहते भाई तैनूं सिर्फ तेरे दुख नूं देख के तैनूं सुधारन वास्ते ये काम किया गया सी, हुण की करना चाहना है तू, जिंदगी का लक्ष्य की है तेरा? अज तो बाद पहला तो जुआ बंद तेरा, आखो सतनाम श्री वाहिगुरू। ये जुए ने तैनूं बर्बाद किया है, ये जुआ किसी का ना हुआ, ये किसी का नहीं हुंदा ही, ये माड़ा काम है, बंद कर सब तो पहला, बाबा जी ने आख्या। दूजा हुण तू सानू जपजी साहिब का पाठ सुनाएगा, श्री जपजी साहिब नाल जुड़। वो कहते मैं तो जिंदगी च नहीं किया जी, मैनू तो पता ही नहीं जपजी साहिब की बाणी की होंगी है, मैं तो एक अखर नहीं पढ़िया। कहते कोई ना, 5 सिंगा की ड्यूटी लाई, इनू 5 पाठ हुणे मेरे सामने सुनाओ। 5 पाठ महापुरुषों ने जपजी साहिब के उन्होंने सरवण कराए जी, 5 पाठ सुनन तो बाद वो जुआरी ते ऐसा असर होया, ऐसा असर होया,
बाबा जी कहते हुण तू सुना, छेवा पाठ तेरी वाली। और फिर वही गल कहते मैनू नहीं पता, मैनू आंदा नहीं। कहते शुरू कर। शुरू की किता जी, जिंदगी का पहला पाठ महापुरुषों के किरपा सदका सारा ही जपजी साहिब का पाठ उन्हें कंठ सुना दिता, ही मूँह जबानी सुना दिता। उस जुआरी ने आखो सतनाम श्री वाहिगुरू। 5 पाठ सिखा ने सुनाए, 6वां पाठ उस जुआरी ने सुनाया, वो भी मूँह जबानी। सारे सिख संगत हैरान, महापुरुषों ने कैसा जीवन बदलता। हुण वो जुआरी कहता हुण मेरा चित्त नहीं करता मैं घर जावां, मैनू अपने डेरे ते ही रख लो, मैनू अमृत वल प्रेरो, मैनू गुरु वाला बनाओ। पहले तो गुरु वाला बनना चाहया उन्हें, अमृत छक लिया ते महापुरुषों की सेवा दे विच ही लग गया, लंगर वरतान लग गया, झूठे भांडे मांजन लग गया। संगत जीवन गुरु नानक देव जी एवं बदल देंदे सी। कोडा राक्षस दा, भूमी चोर दा, सज्जन ठग दा। कोडा राक्षस तल तल के खांदा सी मनुखा नूं, तल तल के कड़ाई च जिंदा मांस खांदा सी। फिर देख लो उन्होंने भी गुरु जी ने मंजी बख्शी सी, जा भाई हुण प्रचार कर। थां थां नगर विच कोडे राक्षस ने भी सिक्खी का प्रचार किया ने, सज्जन ठग ने भी किया, भूमिया चोर आप जी को पता ही है, उन्हें भी पूरा प्रचार किया सिक्खी का, गुरु नानक देव सिक्खी का। ये वही हिसाब है, जुआरी का भी जीवन बदलना सी। रहमता हो गई, साधुआं की बाणी की कृपा हो गई, उहदे अंदर सुधार आया है और अज नाम जप रहा है तो जपा रहा है। ये संतां महापुरुषों की कृपावां होंदी है। पूरे साधु ये सब कर सकते हैं। आओ प्यारिओ सारे हुण नाम जपो, कल नूं विशा शुरू करांगे, सारे जपो वाहेगुरु 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 वाहेगुरु।